Hello students, I'm Sukhvinder Kaur from Department of Economics, GGDST College ਹਰਿਆਣਾ ਹੁਸ਼ਿਆਰਪੁਰ। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਨਵਾਂ ਜਿਹੜਾ ਚੈਪਟਰ ਸ਼ੁਰੂ ਕੀਤਾ ਹੈ, ਨਵਾਂ ਟੌਪਿਕ ਸ਼ੁਰੂ ਕੀਤਾ, ਥਿਊਰੀ ਆਫ ਇਕਨੋਮਿਕ ਪਲੈਨਿੰਗ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਇਕਨੋਮਿਕ ਪਲੈਨਿੰਗ ਕੀ ਹੈ, ਇਹਦਾ ਮੀਨਿੰਗ ਐਂਡ ਉਸ ਤੋਂ ਬਾਅਦ ਫੀਚਰਸ ਜਿਹੜੇ ਆ, ਵਿਸ਼ੇਸ਼ਤਾਵਾਂ ਜਿਹੜੀਆਂ ਇਕਨੋਮਿਕ ਪਲੈਨਿੰਗ ਦੀਆਂ ਉਹ ਕਰਾਂਗੇ। ਇਕਨੋਮਿਕ ਪਲੈਨਿੰਗ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਪਲੈਨਿੰਗ ਤੋਂ ਬਿਨਾਂ ਅੱਜ ਇਕਨੋਮਿਕ ਡਿਵੈਲਪਮੈਂਟ ਦੀ ਆਪਾਂ ਨਹੀਂ ਸੋਚਦੇ। ਹਰੇਕ ਇਕੋਨਮੀ, ਲਗਭਗ ਹਰੇਕ ਇਕੋਨਮੀ ਜਿਹੜੀ ਆ ਉਹ ਪਲੈਨਿੰਗ ਦੇ ਆਧਾਰ ਦੇ ਉੱਤੇ ਕੰਮ ਕਰਦੀ ਹੈ। ਜਿਸ ਤਰ੍ਹਾਂ ਇੰਡੀਆ ਦੀ ਵੀ ਗੱਲ ਕਰੀਏ ਆਪਾਂ, ਇੰਡੀਪੈਂਡੈਂਸ ਤੋਂ ਬਾਅਦ 1947 ਦੇ ਵਿੱਚ, ਇੰਡੀਪੈਂਡੈਂਸ ਤੋਂ ਬਾਅਦ 1950 ਦੇ ਵਿੱਚ ਪਲੈਨਿੰਗ ਕਮਿਸ਼ਨ ਬਣਾਇਆ ਜਾਂਦਾ ਐਂਡ 5 ਸਾਲਾ ਯੋਜਨਾਵਾਂ ਵਾਲਾ ਸਿਸਟਮ ਆ ਜਿਹੜਾ 5 ਈਅਰਲੀ ਪਲੈਨਸ ਜਿਹੜੇ ਆ ਉਹ ਅਡੋਪਟ ਕੀਤਾ ਜਾਂਦਾ ਸਿਸਟਮ। ਐਂਡ ਉਸ ਤੋਂ ਬਾਅਦ 1951 ਦੇ ਵਿੱਚ ਪਹਿਲੀ 5 ਸਾਲਾ ਯੋਜਨਾ ਆਉਂਦੀ ਹੈ ਅਤੇ 5 ਸਾਲਾ ਯੋਜਨਾਵਾਂ ਲਗਾਤਾਰ ਚੱਲਦੀਆਂ ਆਈਆਂ। ਬਿਨਾਂ ਸ਼ੱਕ ਵਿੱਚ ਕੁਝ ਇੱਕ ਡਿਸਟਰਬੈਂਸਿਸ ਹੋਈਆਂ ਜਿਹਦੇ ਕਰਕੇ 5 ਸਾਲਾ ਯੋਜਨਾ ਅਡੋਪਟ ਨਹੀਂ ਕੀਤੀ ਗਈ ਅਤੇ ਫਿਰ ਉੱਥੇ ਇੱਕ ਵਨ ਈਅਰਲੀ ਐਨੂਅਲ ਪਲਾਨ ਆਏ ਆ। ਪਰ ਹੈਗੀ ਹਰੇਕ ਜਗ੍ਹਾ ਪਲੈਨਿੰਗ ਆ, ਹਰੇਕ ਜਗ੍ਹਾ ਪਲੈਨਿੰਗ ਆ, ਚਾਹੇ ਉਹ 5 ਈਅਰਲੀ ਪਲਾਨ ਹੋਵੇ, ਚਾਹੇ 1 ਈਅਰਲੀ ਪਲਾਨ ਹੋਵੇ, ਐਨੂਅਲ ਪਲਾਨ ਹੋਵੇ। ਇਸੇ ਤਰ੍ਹਾਂ ਹਰੇਕ ਇਕੋਨਮੀ, ਲਗਭਗ ਹਰੇਕ ਇਕੋਨਮੀ ਜਿਹੜੀ ਆ ਉਹ ਤੇਜ਼ ਗਤੀ ਦੇ ਨਾਲ ਇਕਨੋਮਿਕ ਡਿਵੈਲਪਮੈਂਟ ਕਰਨ ਦੇ ਲਈ, ਯੋਜਨਾਬੱਧ ਤਰੀਕੇ ਦੇ ਨਾਲ ਆਰਥਿਕ ਵਿਕਾਸ ਕਰਨ ਦੇ ਲਈ, ਯੋਜਨਾਬੱਧ ਤਰੀਕੇ ਨਾਲ ਆਰਥਿਕ ਵਿਕਾਸ ਨੂੰ ਪ੍ਰੈਫਰੈਂਸ ਦਿੰਦੇ ਆ। ਅਤੇ ਲਗਭਗ ਸਾਰੇ ਦੇਸ਼, ਸਾਰੀਆਂ ਇਕੋਨਮੀਜ਼ ਇਹ ਮੈਥਡ ਅਡੋਪਟ ਕਰਦੀਆਂ। ਇਕਨੋਮਿਕ ਪਲੈਨਿੰਗ ਆ ਜਿਹੜੀ ਇਜ਼ ਅ ਪ੍ਰੋਸੈਸ ਅੰਡਰ ਵਿਚ ਅਟੈਂਪਟਸ ਫਾਰ ਮੇਡ ਟੂ ਅਚੀਵ ਗਿਵਨ ਟਾਰਗੇਟਸ ਆਫ ਇਕਨੋਮਿਕ ਡਿਵੈਲਪਮੈਂਟ ਵਿਦਿਨ ਅ ਸਪੈਸੀਫਿਕ ਪੀਰੀਅਡ ਆਫ ਟਾਈਮ। ਮੀਨਸ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਜਦੋਂ ਤੁਸੀਂ ਨਿਸ਼ਚਿਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਪਲੈਨਿੰਗ ਕਰਦੇ ਹੋ, ਉਹਨੂੰ ਇਕਨੋਮਿਕ ਪਲੈਨਿੰਗ ਕਹਿੰਦੇ ਆ। ਨਿਸ਼ਚਿਤ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ, ਨਿਸ਼ਚਿਤ ਸਮੇਂ ਦੇ ਵਿੱਚ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਜਦੋਂ ਕੋਈ ਪਲੈਨਿੰਗ ਕੀਤੀ ਜਾਂਦੀ ਹੈ ਉਹਨੂੰ ਇਕਨੋਮਿਕ ਪਲੈਨਿੰਗ ਕਹਿੰਦੇ ਆ। ਲਾਈਕ ਸੈਕੰਡ ਵਰਲਡ ਵਾਰ ਤੋਂ ਬਾਅਦ ਰੂਸ ਦੀ ਸਮਾਜਵਾਦੀ ਸਰਕਾਰ ਨੇ ਇਕਨੋਮਿਕ ਪਲੈਨਿੰਗ ਆ ਜਿਹੜਾ ਉਹ ਅਡੋਪਟ ਕੀਤੀ ਔਰ ਹੁਣ ਤਾਂ ਤਕਰੀਬਨ ਲਗਭਗ ਸਾਰੇ ਹੀ ਦੇਸ਼ ਇਸ ਨੂੰ ਅਡੋਪਟ ਕਰਦੇ ਆ। ਔਰ ਇਕਨੋਮਿਕ ਪਲੈਨਿੰਗ ਤੋਂ ਸਿੰਪਲ ਜਿਹੇ ਅੱਖਰਾਂ 'ਚ ਕਹਿਣਾ ਹੋਵੇ ਤਾਂ ਇੱਕ ਸੈਂਟਰਲ ਅਥਾਰਟੀ ਹੋਏਗੀ, ਉਹ ਸਾਰੇ ਦੇਸ਼ ਦੇ ਸਾਧਨਾਂ ਨੂੰ, ਰਿਸੋਰਸਿਸ ਨੂੰ ਧਿਆਨ 'ਚ ਰੱਖਦੇ ਹੋਏ ਨਿਸ਼ਚਿਤ ਸਮੇਂ ਦੇ ਵਿੱਚ ਪ੍ਰਾਪਤ ਕਰਨ ਵਾਲੇ ਉਦੇਸ਼ਾਂ ਨੂੰ ਫਿਕਸ ਕਰਦੇ ਹੋਏ ਆਰਥਿਕ ਤੱਤਾਂ ਨੂੰ ਨਿਯੰਤਰਣ ਕਰਨ ਦੀ ਕੋਸ਼ਿਸ਼ ਕਰਦੀ ਹੈ। ਮੀਨਸ ਇੱਕ ਸੈਂਟਰਲ ਅਥਾਰਟੀ ਸਾਰੇ ਦੇਸ਼ ਦੇ ਰਿਸੋਰਸਿਸ ਨੂੰ ਧਿਆਨ 'ਚ ਰੱਖਦੇ ਹੋਏ ਇਕਨੋਮਿਕ ਉਦੇਸ਼ ਜਿਹੜੇ ਪੂਰੇ ਕੀਤੇ ਜਾ ਸਕਦੇ ਇੱਕ ਫਿਕਸਡ ਪੀਰੀਅਡ ਆਫ ਟਾਈਮ ਦੇ ਵਿੱਚ, ਉਹ ਜਦੋਂ ਸੈੱਟ ਕਰਦੀ ਆ, ਉਹਨਾਂ ਨੂੰ ਨਿਸ਼ਚਿਤ ਕਰਦੀ ਆ, ਉਹਨੂੰ ਇਕਨੋਮਿਕ ਪਲੈਨਿੰਗ ਆਪਾਂ ਕਹਿੰਦੇ ਆ। ਜਿਸ ਤਰ੍ਹਾਂ ਯੋਜਨਾ ਆਯੋਗ ਦੇ ਅਨੁਸਾਰ, ਪਲੈਨਿੰਗ ਕਮਿਸ਼ਨ ਦੇ ਅਨੁਸਾਰ, ਨਿਯੋਜਨ ਸਮਾਜਿਕ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਸਾਧਨਾਂ ਦਾ ਉਦੇਸ਼ਪੂਰਨ ਪ੍ਰਯੋਗ ਹੈ। ਪਲੈਨਿੰਗ ਇਜ਼ ਦੀ ਪਰਪਸਿਵ ਅਡੋਪਟੇਸ਼ਨ ਆਫ ਰਿਸੋਰਸਿਸ ਟੂ ਸੋਸ਼ਲ ਐਂਡਸ। ਪ੍ਰੋਫੈਸਰ ਉਡਾਨ ਨੇ ਕਿਹਾ ਸੀਗਾ, ਆਰਥਿਕ ਨਿਯੋਜਨ ਤੋਂ ਭਾਵ ਵਿਚਾਰਸ਼ੀਲ, ਇੱਛਕ, ਨਿਰੰਤਰ ਅਤੇ ਤਾਲਮੇਲਬੱਧ ਆਰਥਿਕ ਨੀਤੀ ਹੈ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਇਕਨੋਮਿਕ ਪਲੈਨਿੰਗ ਦੇ ਫੀਚਰਸ ਕੀ ਹੁੰਦੇ ਆ। ਕੀ ਫੀਚਰਸ ਆ ਇਕਨੋਮਿਕ ਪਲੈਨਿੰਗ ਦੇ? ਸਭ ਤੋਂ ਪਹਿਲਾ ਫੀਚਰ ਕੀ ਹੈ? ਸੈਂਟਰਲ ਪਲੈਨਿੰਗ ਅਥਾਰਟੀ। ਕਿ ਜਿਹੜੀ ਇਕਨੋਮਿਕ ਪਲੈਨਿੰਗ ਹੁੰਦੀ ਆ ਇੱਕ ਅਥਾਰਟੀ ਕਰਦੀ ਆ। ਲਾਈਕ ਜਿਸ ਤਰ੍ਹਾਂ ਇੰਡੀਆ ਦੇ ਵਿੱਚ 5 ਈਅਰ ਪਲਾਨ ਜਿਹੜੇ ਆਉਂਦੇ ਆ, ਇਹ ਪਲੈਨਿੰਗ ਕਮਿਸ਼ਨ, ਜਿਹਨੂੰ ਅੱਜ ਕੱਲ੍ਹ ਅਸੀਂ ਨੀਤੀ ਆਯੋਗ ਕਹਿ ਦਿੰਦੇ ਆ, ਉਹ ਅਡੋਪਟ ਕਰਦਾ ਹੈ ਸਿਸਟਮ ਨੂੰ, ਉਹ ਲੈ ਕੇ ਆਉਂਦਾ। ਔਰ ਪੂਰਾ ਜਿਸ ਤਰ੍ਹਾਂ ਉਹਦੇ ਵਿੱਚ ਜਿਹੜਾ ਉਹਦਾ ਇੰਚਾਰਜ ਹੈ, ਜਿਹਨੂੰ ਅਸੀਂ ਜਿਹੜਾ ਵੈਸੇ ਤਾਂ ਕਿਸੇ ਚੇਅਰਮੈਨ ਆ ਜਿਹੜਾ, ਉਹ ਕਿਸੇ ਵੀ ਦੇਸ਼ ਦਾ ਜਿਹੜਾ ਉਸ ਵੇਲੇ ਦਾ PM ਹੁੰਦਾ, ਉਹ ਹੁੰਦਾ। ਦੈਨ ਉਸ ਤੋਂ ਬਾਅਦ ਉਹਦਾ ਡਿਪਟੀ ਚੇਅਰਮੈਨ ਹੁੰਦਾ। ਉਹ ਪੂਰੀ ਤਰ੍ਹਾਂ ਇੱਕ ਯੋਜਨਾ ਅਧਿਕਾਰੀ ਹੈ ਜਿਹੜਾ ਇਹਨੂੰ ਪੂਰੇ ਸਿਸਟਮ ਨੂੰ, ਪੂਰੀ ਪਲੈਨਿੰਗ ਨੂੰ ਧਿਆਨ 'ਚ ਰੱਖਦਾ। ਫਿਰ ਜਿਹੜੇ ਉਦੇਸ਼ ਆ ਉਹ ਕਿੰਨੇ ਟਾਈਮ ਲਈ, ਕਦੋਂ ਨਿਸ਼ਚਿਤ ਕੀਤੇ ਜਾਂਦੇ ਆ ਅਤੇ ਉਹ ਕਿਵੇਂ ਕੰਮ ਹੁੰਦਾ ਪਿਆ, ਉਹ ਸਾਰੇ ਨੂੰ ਚੈੱਕ ਰੱਖਦਾ। ਅਤੇ ਇਹ ਜਿਹੜਾ ਪਲੈਨਿੰਗ ਕਮਿਸ਼ਨ ਸੀਗਾ ਇੰਡੀਆ ਦੇ ਵਿੱਚ ਵੀ, ਇੰਡੀਆ ਦੀ ਐਗਜ਼ਾਮਪਲ ਮੈਂ ਦੇ ਤਾਂ 2015 ਦੇ ਵਿੱਚ ਜਿਹੜਾ ਪਲੈਨਿੰਗ ਕਮਿਸ਼ਨ ਆ ਉਸ ਦਾ ਨਾਮ ਚੇਂਜ ਕਰਕੇ, ਯੋਜਨਾ ਆਯੋਗ ਦਾ ਨਾਮ ਚੇਂਜ ਕਰਕੇ ਨੀਤੀ ਆਯੋਗ ਜਿਹੜਾ ਉਹ ਰੱਖ ਦਿੱਤਾ ਗਿਆ। ਉਸ ਤੋਂ ਬਾਅਦ ਸੈੱਟ ਉਦੇਸ਼, ਨਿਸ਼ਚਿਤ ਉਦੇਸ਼। ਹਰੇਕ ਅਧਿਕਾਰੀ ਆਰਥਿਕ ਨਿਯੋਜਨ ਦੇ ਕੁਝ ਨਿਸ਼ਚਿਤ ਉਦੇਸ਼ ਹੁੰਦੇ ਆ। ਹਰੇਕ ਇਕਨੋਮਿਕ ਪਲੈਨਿੰਗ ਦੇ ਕੁਛ ਇੱਕ ਉਦੇਸ਼ ਹੁੰਦੇ ਆ, ਨਿਸ਼ਚਿਤ ਉਦੇਸ਼ ਹੁੰਦੇ ਆ। ਲਾਈਕ ਇਕਨੋਮਿਕ ਡਿਵੈਲਪਮੈਂਟ ਕਰਨਾ, ਸਟੈਂਡਰਡ ਆਫ ਲਿਵਿੰਗ ਨੂੰ ਇੰਪਰੂਵ ਕਰਨਾ, ਫੁੱਲ ਇੰਪਲਾਇਮੈਂਟ ਅਚੀਵ ਕਰਨੀ, ਵੈਲਥ ਅਤੇ ਇਨਕਮ ਦੀਆਂ ਇਨਇਕੁਐਲਿਟੀਜ਼ ਨੂੰ ਘੱਟ ਕਰਨਾ, ਐਂਡ ਉਸ ਤੋਂ ਬਾਅਦ ਇੰਡਸਟਰੀਲਾਈਜੇਸ਼ਨ ਦੀ ਜਿਹੜੀ ਗਤੀ ਆ ਉਸ ਨੂੰ ਤੇਜ਼ ਕਰਨਾ, ਇਸ ਤਰ੍ਹਾਂ। ਔਰ ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਜਿਹੜੇ ਦੋ ਮੁੱਖ ਉਦੇਸ਼ ਜਿਹੜੇ
ਫਿਕਸ ਹੀ ਰਹਿੰਦੇ ਆ ਲਗਭਗ। ਰਾਸ਼ਟਰੀ ਆਮਦਨ ਦੇ ਵਿੱਚ ਵਾਧਾ ਕਰਨਾ ਅਤੇ ਪਰ ਕੈਪੀਟਾ ਇਨਕਮ, ਨੈਸ਼ਨਲ ਇਨਕਮ ਅਤੇ ਪਰ ਕੈਪੀਟਾ ਇਨਕਮ ਦੇ ਵਿੱਚ ਵਾਧਾ ਕਰਨਾ। ਅਤੇ ਇਹ ਸਾਰੇ ਨਿਸ਼ਚਿਤ ਉਦੇਸ਼ ਹੁੰਦੇ ਆ ਜਿਨ੍ਹਾਂ ਨੂੰ ਪੂਰਾ ਕਰਨ ਦੇ ਲਈ ਪਲੈਨਿੰਗਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ। ਉਸ ਤੋਂ ਬਾਅਦ ਗੌਰਮੈਂਟ ਕੰਟਰੋਲ ਆ। ਇਸ ਤਰ੍ਹਾਂ ਨਹੀਂ ਆ ਕਿ ਜਿਹੜਾ ਪਲੈਨਿੰਗ ਕਮਿਸ਼ਨ ਜਾਂ ਨੀਤੀ ਆਯੋਗ ਜਾਂ ਕਿਸੇ ਵੀ ਦੇਸ਼ ਦੀ ਜਿਹੜੀ ਸੈਂਟਰਲ ਅਥਾਰਟੀ ਜਿਹੜੀ ਪਲੈਨਿੰਗ ਕਰਦੀ ਪਈ ਆ ਉਹ ਗੌਰਮੈਂਟ ਦੇ ਕੰਟਰੋਲ ਤੋਂ ਫਰੀ ਹੁੰਦੀ ਹੈ। ਗੌਰਮੈਂਟ ਦਾ ਪੂਰਾ ਕੰਟਰੋਲ ਹੁੰਦਾ। ਗੌਰਮੈਂਟ ਉਸ ਦੀ ਹਰੇਕ ਐਕਟੀਵਿਟੀ ਦੇ ਉੱਤੇ ਕੰਟਰੋਲ ਰੱਖਦੀ ਹੈ। ਉਸ ਤੋਂ ਬਾਅਦ ਫਾਰਮੂਲੇਸ਼ਨ ਆਫ ਪ੍ਰੋਗਰਾਮਿੰਗ। ਫਿਰ ਉਸ ਤੋਂ ਬਾਅਦ ਯੋਜਨਾਵਾਂ ਜਿੰਨੇ ਵੀ ਸਾਲਾਂ ਲਈ ਬਣਾਈਆਂ ਜਾਂਦੀਆਂ, ਜਿੰਨੇ ਵੀ ਸਾਲਾਂ ਲਈ ਜਿਹੜਾ ਪਲਾਨ ਆ ਬਣਾਇਆ ਜਾਂਦਾ, ਉਸ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਰੱਖੇ ਗਏ ਆ, ਉਹਨਾਂ ਦੇ ਉੱਤੇ ਕਿੰਨਾ ਖਰਚਾ ਆਏਗਾ, ਇਹ ਸਾਰਿਆਂ ਦਾ ਨਿਰਧਾਰਣ ਆ ਜਿਹੜਾ ਪਹਿਲਾਂ ਹੀ ਕੀਤਾ ਜਾਂਦਾ। ਪੂਰੀ ਪਲੈਨਿੰਗ ਜਿਹੜੀ ਕੀਤੀ ਜਾਂਦੀ, ਇੱਕ ਪਲਾਨ ਜਿਹੜਾ ਉਹ ਫਾਰਮੂਲੇਟ ਕੀਤਾ ਜਾਂਦਾ। ਟੈਕਨੀਕਲ ਕੋਆਰਡੀਨੇਸ਼ਨ। ਯੋਜਨਾ ਅਧਿਕਾਰੀ ਹਮੇਸ਼ਾ ਇਹ ਵੀ ਧਿਆਨ ਰੱਖਦਾ ਕਿ ਉਤਪਾਦਨ ਦੇ ਖੇਤਰ ਵਿੱਚ ਦੂਜੇ ਖੇਤਰ ਨੂੰ ਕਿੰਨਾ ਉਤਪਾਦਨ ਦਿੰਦਾ ਹੈ ਅਤੇ ਕਿੰਨਾ ਉਤਪਾਦਨ ਦੂਜੇ ਖੇਤਰ ਤੋਂ ਲੈਂਦਾ ਹੈ। ਮੀਨਸ ਸਾਡੇ ਕਈ ਸੈਕਟਰਸ ਹੁੰਦੇ ਲਾਈਕ ਐਗਰੀਕਲਚਰਲ, ਇੰਡਸਟਰੀਅਲ ਸੈਕਟਰ ਐਗਰੀਕਲਚਰ ਨੂੰ ਕੀ ਦਿੰਦਾ ਪਿਆ, ਐਗਰੀਕਲਚਰ ਤੋਂ ਕੀ ਲੈਂਦਾ ਪਿਆ, ਐਗਰੀਕਲਚਰ ਸੈਕਟਰ ਇੰਡਸਟਰੀਅਲ ਸੈਕਟਰ ਨੂੰ ਕੀ ਪ੍ਰੋਵਾਈਡ ਕਰਦਾ ਪਿਆ। ਲਾਈਕ ਐਗਰੀਕਲਚਰ ਸੈਕਟਰ ਰॉ ਮਟੀਰੀਅਲ ਦਿੰਦਾ ਪਿਆ, ਇੰਡਸਟਰੀਅਲ ਸੈਕਟਰ ਪ੍ਰੋਡਕਟ, ਫਿਨਿਸ਼ਡ ਪ੍ਰੋਡਕਟਸ ਜਿਹੜੇ ਆ ਉਹ ਐਗਰੀਕਲਚਰ ਸੈਕਟਰ ਨੂੰ ਪ੍ਰੋਵਾਈਡ ਕਰਦਾ ਪਿਆ। ਕੰਪਲੀਟ ਡਿਵੈਲਪਮੈਂਟ। ਇਸ ਨਿਯੋਜਨ ਵਿੱਚ ਪਲੈਨਿੰਗ ਦੇ ਵਿੱਚ ਸਾਰੇ ਖੇਤਰਾਂ ਵਿੱਚ ਖੇਤੀ, ਉਤਪਾਦਨ, ਵਪਾਰ, ਆਵਾਜਾਈ ਅਤੇ ਖਣਿਜ ਆਦਿ ਦੇ ਵਿਕਾਸ ਦੇ ਲਈ ਯਤਨ ਕੀਤਾ ਜਾਂਦਾ, ਕਿਉਂਕਿ ਸਾਰੇ ਖੇਤਰ ਇੱਕ ਦੂਜੇ 'ਤੇ ਆਧਾਰਿਤ ਹੁੰਦੇ ਆ। ਇਸ ਲਈ ਸਭ ਦੇ ਵਿਕਾਸ ਲਈ ਸੰਤੁਲਨ ਦੀ ਅਵਸਥਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐਂਡ ਡੈਫੀਨੇਟ ਟਾਈਮ ਹੁੰਦਾ, ਇਹ ਨਹੀਂ ਆ ਕਿ ਇਸ ਤਰ੍ਹਾਂ ਹੀ ਆ ਕਿ ਪਲੈਨਿੰਗ ਕਰ ਲਈ ਕਿ ਕਦੀ ਵੀ ਅਚੀਵ ਕੀਤੀ ਜਾ ਸਕਦੀ। ਇੱਕ ਫਿਕਸ ਉਦੇਸ਼ ਹੁੰਦਾ ਕਿ ਇੰਨੇ ਟਾਈਮ ਦੇ ਵਿੱਚ ਇਹ ਜਿਹੜੀ ਪ੍ਰੋਜੈਕਟ ਆ ਇਹਨੂੰ ਕੰਪਲੀਟ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਫਿਰ ਉਸ ਟਾਈਮ ਤੋਂ ਬਾਅਦ ਉਸ ਦਾ ਮੁਲਾਂਕਣ ਕੀਤਾ ਜਾਂਦਾ, ਸੈਂਟਰਲ ਅਥਾਰਟੀ ਦੁਆਰਾ ਕੀਤਾ ਜਾਂਦਾ। ਇਹ ਸੀ ਇਕਨੋਮਿਕ ਪਲੈਨਿੰਗ ਦੇ ਫੀਚਰਸ। ਹੁਣ ਅਸੀਂ ਕੱਲ੍ਹ ਇਸ ਦੇ ਆਬਜੈਕਟਿਵਸ ਕਰਾਂਗੇ। ਥੈਂਕ ਯੂ।